परम सत्कारयोग साध संगत जी, रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, आज ਦੀ ਸਾਖੀ ਦਾ ਸਿਰਲੇਖ ਹੈ ਸਤਿਗੁਰੂ ਜਗਜੀਤ ਸਿੰਘ ਜੀ ਨੇ ਬਾਂਹ ਫੜਨੀ। ਇਹ ਸਾਖੀ ਸੰਬੰਧਿਤ ਹੈ ਸੂਬਾ ਗੰਡਾ ਸਿੰਘ ਜੀ ਦਿੱਲੀ। ਸ਼੍ਰੀ ਭੈਣੀ ਸਾਹਿਬ ਵਿਖੇ ਸੂਬਾ ਜੀ ਦੇ ਦਿਲ ਵਿੱਚ ਬਾਰ-ਬਾਰ ਇਹਨਾਂ ਵਿਚਾਰਾਂ ਦਾ ਪ੍ਰਵਾਹ ਉਮੜ ਪੈਂਦਾ ਕਿ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਨੇ ਮੇਰੀ ਬਾਂਹ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਨੂੰ ਫੜਾਈ ਸੀ। ਸਤਿਗੁਰੂ ਜੀ ਮੇਰੀ ਬਾਂਹ ਅੱਗੋਂ ਕਿਸੇ ਨੂੰ ਨਹੀਂ ਫੜਾ ਗਏ। ਇਹਨਾਂ ਵਿਚਾਰਾਂ ਦੀ ਉਧੇੜ ਬੁੰਦ ਦੇ ਅੰਦਰ ਆਪ ਜੀ ਨੇ ਸਾਗੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਦਿੱਲੀ ਜਾਣ ਦੀ ਆਗਿਆ ਦਿਓ। ਇਹ ਅਰਜ਼ ਸੁਣ ਕੇ ਸਾਗੂ ਜਗਜੀਤ ਸਿੰਘ ਜੀ ਨੇ ਆਪ ਜੀ ਦੀ ਬਾਂਹ ਘੁੱਟ ਕੇ ਫੜੀ ਤੇ ਕਿਹਾ, ਸੰਤ ਜੀ ਅਜੇ ਤੁਸੀਂ ਕਿਧਰੇ ਨਹੀਂ ਜਾਣਾ। ਸਾਗੂ ਪ੍ਰਤਾਪ ਸਿੰਘ ਜੀ ਦਾ ਭੋਗ ਪੈਣ ਤੱਕ ਤੁਸੀਂ ਇੱਥੇ ਹੀ ਰਹੋ। ਸਤਿਗੁਰਾਂ ਵੱਲੋਂ ਬਾਂਹ ਫੜਦਿਆਂ ਹੀ ਸ਼ੰਕਾ ਦੇ ਬੱਦਲ ਉੱਡ ਪੁੱਡ ਗਏ। ਸੂਬਾ ਜੀ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਸਤਿਗੁਰੂ ਜੀ ਨੇ ਆਪ ਜੀ ਦੀ ਬਾਂਹ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਫੜਾ ਦਿੱਤੀ ਹੈ। ਫਿਰ 22 ਦਿਨ ਸੂਬਾ ਜੀ ਸ਼੍ਰੀ ਭੈਣੀ ਸਾਹਿਬ ਹੀ ਰਹੇ। ਸਾਗੂ ਜਗਜੀਤ ਸਿੰਘ ਜੀ ਦੇ ਪਹਿਲੇ ਦੌਰੇ ਸਮੇਂ ਸੂਬਾ ਜੀ ਉਹਨਾਂ ਦੇ ਨਾਲ ਹਜੂਰ ਸਾਹਿਬ ਜੀ ਗਏ। ਉਸ ਦੌਰੇ ਦੇ ਦੌਰਾਨ ਰਾਹ ਵਿੱਚ ਗਵਾਲੀਅਰ ਵੀ ਕੁਝ ਚਿਰ ਲਈ ਰੁਕੇ ਤੇ ਉੱਥੇ ਸੰਤ ਪੰਜਾਬ ਸਿੰਘ ਜੀ ਦੇ ਸਪੁੱਤਰ ਸੰਤ ਰਤਨ ਸਿੰਘ ਨੂੰ ਗਵਾਲੀਅਰ ਦਾ ਸੂਬਾ ਬਣਾਇਆ। ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਦਿੱਲੀ ਦਰਸ਼ਨ ਦਿੰਦੇ, ਆਪ ਜੀ ਦਾ ਡੇਰਾ ਸੂਬਾ ਗੰਡਾ ਸਿੰਘ ਜੀ ਦੇ ਘਰ ਹੀ ਹੁੰਦਾ। 2 ਸਾਲਾਂ ਪਿੱਛੋਂ ਇੱਕ ਦਿਨ ਸਾਗੁਰ ਜਗਜੀਤ ਸਿੰਘ ਜੀ ਨੇ ਸੂਬਾ ਗੰਡਾ ਸਿੰਘ ਜੀ ਨੂੰ ਕਿਹਾ, ਸੰਤ ਜੀ ਇੱਥੇ ਜਗ੍ਹਾ ਕੁਝ ਤੰਗ ਹੈ, ਇਸ ਕਰਕੇ ਸਾਡਾ ਖਿਆਲ ਹੈ ਕਿ ਸੇਠ ਤਰਲੋਕ ਸਿੰਘ ਜੀ ਦੀ ਜਗ੍ਹਾ ਖੁੱਲੀ ਹੈ, ਡੇਰਾ ਉੱਥੇ ਹੀ ਰੱਖੀਏ। ਸੂਬਾ ਜੀ ਨੇ ਸੱਤ ਬਚਨ ਕਰਦਿਆਂ ਹੋਇਆ ਕਿਹਾ, ਮੈਂ ਤੇ ਇਹ ਨਹੀਂ ਚਾਹੁੰਦਾ ਕਿ ਤੁਸੀਂ ਜਾਓ, ਪਰ ਜਿਵੇਂ ਆਪ ਜੀ ਦੀ ਰਜ਼ਾ। ਦਿੱਲੀ ਦੀ ਸਾਧ ਸੰਗਤ ਇਕੱਠੀ ਹੋ ਕੇ ਦਮਦਮੇ ਮੇਲੇ ਤੇ ਪਹੁੰਚੀ। ਮੇਲੇ ਦਾ ਭੋਗ ਪੈਣ ਪਿੱਛੋਂ ਸਰਦਾਰ ਕਰਤਾਰ ਸਿੰਘ ਜੀ ਬਿਜਲੀ ਵਾਲੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਦਿੱਲੀ ਦਾ ਕੋਈ ਸੂਬਾ ਨਹੀਂ, ਇਸ ਕਰਕੇ ਸੂਬਾ ਥਾਪਣ ਦੀ ਕਿਰਪਾ ਕਰੋ ਜੀ। ਸਤਿਗੁਰੂ ਜਗਜੀਤ ਸਿੰਘ ਜੀ ਨੇ ਸੰਤ ਗੰਡਾ ਸਿੰਘ ਜੀ ਦਾ ਨਾਂ ਸੂਬੇ ਦੇ ਦੌਰ ਤੇ ਐਲਾਨ ਕਰ ਦਿੱਤਾ। ਸੰਤ ਗੰਡਾ ਸਿੰਘ ਜੀ ਨੇ ਕਿਹਾ, ਮੈਂ ਤਾਂ ਇਸ ਦੇ ਲਾਇਕ ਨਹੀਂ, ਪਰ ਸਾਰੀ ਸੰਗਤ ਨੇ ਇੱਕਦਮ ਜੈਕਾਰਾ ਛੱਡ ਦਿੱਤਾ। ਸਰਦਾਰ ਕਰਤਾਰ ਸਿੰਘ ਨੇ ਆਖਿਆ, ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਨੇ ਆਪ ਜੀ ਨੂੰ ਭਜਨ ਦੀ ਦਾਤ ਬਖਸ਼ ਕੇ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਦੇ ਚਰਨੀ ਲਾਇਆ ਸੀ। ਸਾਗੂ ਪ੍ਰਤਾਪ ਸਿੰਘ ਜੀ ਨੇ ਆਪ ਜੀ ਨੂੰ ਮਿਸਤਰੀ ਤੇ ਫਿਰ ਸੰਤ ਬਣਾਇਆ ਹੈ ਅਤੇ ਸਾਗੂ ਜਗਜੀਤ ਸਿੰਘ ਜੀ ਨੇ ਆਪ ਜੀ ਨੂੰ ਸੂਬਾ ਥਾਪ ਦਿੱਤਾ ਹੈ। ਆਪ ਖੁਸ਼ੀ-ਖੁਸ਼ੀ ਪ੍ਰਵਾਨ ਕਰੋ। ਅੱਗੇ ਇੱਕ ਹੋਰ ਸਾਖੀ ਹੈ, ਦਰਸ਼ਨ ਦੇਖਤ ਦੋਖ ਨਸੈ। ਸਾਗੂ ਜੀ ਦੇ ਸਿੱਖ ਸਵਾਸ ਨਾਮ ਸਿਮਰਨ ਤੇ ਕਰਦੇ ਹੀ ਹਨ, ਪਰ ਸਾਕਾਰ ਰੂਪ ਸਤਿਗੁਰ ਦੇ ਦਰਸ਼ਨ ਕਰਕੇ ਹੀ ਸੇਵਕਾਂ ਨੂੰ ਤ੍ਰਿਪਤੀ ਹੁੰਦੀ ਹੈ। ਜਦੋਂ ਕੋਈ ਔਖੀ ਘੜੀ ਆ ਜਾਂਦੀ ਹੈ, ਉਸ ਵੇਲੇ ਸਿੱਖ ਆਪਣੇ ਪਿਆਰੇ ਪ੍ਰੀਤਮ ਨੂੰ ਹੀ ਪੁਕਾਰਦੇ ਹਨ ਤੇ ਸਤਿਗੁਰ ਪੁਕਾਰ ਨੂੰ ਸੁਣ ਕੇ ਆਪਣੇ ਪਿਆਰੇ ਸੇਵਕ ਦੀ ਸਹਾਇਤਾ ਕਰਨ ਲਈ ਪਹੁੰਚ ਜਾਂਦੇ ਹਨ। ਜਹਾਂ ਜਹਾਂ ਪੀਰ ਬਨੇ ਸੰਤਨ ਕੀ, ਤਹਾਂ ਤਹਾਂ ਉਠ ਤਾਵੈ। ਇੱਕ ਦਿਨ ਸੂਬਾ ਗੰਡਾ ਸਿੰਘ ਜੀ ਬੜੇ ਸਖਤ ਬਿਮਾਰ ਹੋ ਗਏ। ਡਾਕਟਰ ਸਾਰੀ ਵਾਹ ਲਾ ਬੈਠੇ, ਬਚਣ ਦੀ ਕੋਈ ਆਸ ਹੀ ਨਾ ਰਹਿ ਗਈ। ਸੂਬਾ ਜੀ ਨੇ ਆਪ ਆਪਣੇ ਸਭ ਤੋਂ ਛੋਟੇ ਲੜਕੇ ਬੇਅੰਤ ਜੀ ਨੂੰ ਕਿਹਾ, ਜਲਦੀ ਪੋਸਟ ਆਫਿਸ ਜਾ ਕੇ ਸ਼੍ਰੀ ਭੈਣੀ ਸਾਹਿਬ ਤਾਰ ਦੇ ਆ, ਤਾਂ ਕਿ ਮੈਂ ਆਖਰੀ ਵਾਰ ਸਤਿਗੁਰੂ ਜੀ ਦੇ ਦਰਸ਼ਨ ਕਰ ਸਕਾਂ। ਪੂਜਯ ਗੁਰੂਦੇਵ ਪਿਤਾ ਨੂੰ ਜਦੋਂ ਆਪ ਜੀ ਦੀ ਬਿਮਾਰੀ ਦਾ ਪਤਾ ਲੱਗਿਆ, ਉਸੇ ਵੇਲੇ ਗੁਰਦੇਵ ਸਿੰਘ ਨੂੰ ਕਿਹਾ, ਜਲਦੀ ਜਾ ਕੇ ਘਰ ਲੈ ਆ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਇੱਕਦਮ ਕਿੱਧਰ ਜਾਣ ਦਾ ਪ੍ਰੋਗਰਾਮ ਬਣ ਗਿਆ ਹੈ। ਸਾਗੂ ਜੀ ਨੇ ਉੱਤਰ ਦਿੱਤਾ, ਲੁਧਿਆਣੇ ਜਾਣਾ ਹੈ। ਗੁਰਦੇਵ ਸਿੰਘ ਜੀ ਕਾਰ ਲੈ ਆਏ ਤੇ ਸ਼੍ਰੀ ਸਾਗੂ ਜੀ ਡਾਕਟਰ ਗੁਜਰਮਲ ਦੇ ਘਰ ਲੁਧਿਆਣੇ ਪਹੁੰਚ ਗਏ। ਰਾਤ ਦੇ 8 ਵੱਜ ਚੁੱਕੇ ਸਨ। ਡਾਕਟਰ ਗੁਜਰਮਲ ਘਰ ਨਹੀਂ ਸੀ, ਉਹ ਆਪਣੀ ਫਾਰਮ ਤੇ ਗਿਆ ਹੋਇਆ ਸੀ। ਸਾਗੁਰ ਜੀ ਵੀ ਉਸ ਦੀ ਫਾਰਮ ਤੇ ਪਹੁੰਚ ਗਏ।
ਸਤਿਗੁਰੂ ਜੀ ਵੀ ਉਸ ਦੇ ਫਾਰਮ 'ਤੇ ਪਹੁੰਚ ਗਏ। ਡਾਕਟਰ ਗੁਜਰਮਲ ਜੀ ਕੁਝ ਜ਼ਿਆਦਾ ਹੀ ਰੁੱਝੇ ਹੋਏ ਸਨ। ਉਹਨਾਂ ਕੋਲ ਦਿੱਲੀ ਜਾਣ ਦੀ ਫੁਰਸਤ ਨਹੀਂ ਸੀ। ਉਹਨਾਂ ਨੇ ਬੇਬਸੀ ਪ੍ਰਗਟ ਕੀਤੀ। ਸਤਿਗੁਰੂ ਜੀ ਨੇ ਫੇਰ ਬਚਨ ਕੀਤਾ, ਜੇਕਰ ਤੂੰ ਅੱਜ ਸਾਡੇ ਨਾਲ ਦਿੱਲੀ ਨਹੀਂ ਜਾਵੇਂਗਾ ਤਾਂ ਤੇਰੀ ਸਾਡੀ ਬੱਸ। ਇਹ ਗੱਲ ਗੁਜਰਮਲ ਜੀ ਕਿਵੇਂ ਸਹਾਰ ਸਕਦੇ ਸਨ। ਆਪਣਾ ਦਵਾਈਆਂ ਵਾਲਾ ਬੈਗ ਲੈ ਕੇ ਝਟਪਟ ਕਾਰ 'ਤੇ ਸਵਾਰ ਹੋ ਗਏ। ਰਾਤ ਦੇ 9 ਵੱਜ ਚੁੱਕੇ ਸਨ। ਸਤਿਗੁਰੂ ਜੀ ਨੇ ਕਾਰ ਦਾ ਸਟੀਅਰਿੰਗ ਗੁਰਦੇਵ ਸਿੰਘ ਕੋਲੋਂ ਆਪ ਲੈ ਲਿਆ। ਤੇਜ਼ ਤੇਜ਼ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਰਸਤੇ ਵਿੱਚ ਕਿਧਰੇ ਵੀ ਕਿਸੇ ਕਿਸਮ ਦੀ ਰੁਕਾਵਟ ਨਾ ਆਈ। ਕੋਈ ਰੇਲ ਦਾ ਫਾਟਕ ਬੰਦ ਨਾ ਮਿਲਿਆ ਤੇ ਰਾਤ ਦੇ 12 ਵਜੇ ਸਤਿਗੁਰੂ ਜੀ ਨੇ ਸੂਬਾ ਗੰਡਾ ਸਿੰਘ ਦੇ ਘਰ ਆਣ ਦਰਸ਼ਨ ਦਿੱਤੇ। ਜਿਸ ਵੇਲੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹਸਤਕਮਲਾਂ ਨੂੰ ਸੂਬਾ ਜੀ ਦੇ ਸਿਰ 'ਤੇ ਰੱਖਿਆ, ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ। ਫਿਰ ਸਤਿਗੁਰਾਂ ਨੇ ਸੂਬਾ ਜੀ ਦੀ ਬਾਂਹ ਫੜ ਕੇ ਜ਼ੋਰ ਦੀ ਹਿਲਾਉਣਿਆ। ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਵੇਖਿਆ ਕਿ ਉਹਨਾਂ ਦਾ ਪਿਆਰਾ ਪ੍ਰੀਤਮ ਦੋ ਜਹਾਨ ਦਾ ਵਾਲੀ ਸਾਹਮਣੇ ਕੁਰਸੀ 'ਤੇ ਬਿਰਾਜਮਾਨ ਹੈ ਤੇ ਕੋਲ ਡਾਕਟਰ ਬੈਠਾ ਹੋਇਆ ਹੈ। ਸਤਿਗੁਰੂ ਜੀ ਨੇ ਡਾਕਟਰ ਨੂੰ ਕਿਹਾ ਕਿ ਉਹ ਚੰਗੀ ਤਰ੍ਹਾਂ ਸੂਬਾ ਜੀ ਨੂੰ ਵੇਖੇ। ਡਾਕਟਰ ਨੇ ਟੀਕਾ ਲਗਾਉਣ ਵਾਸਤੇ ਸੋਚਿਆ। ਕੋਲ ਬੈਠੇ ਸੂਬਾ ਜੀ ਦੇ ਸਭ ਤੋਂ ਛੋਟੇ ਭਰਾ ਸਰਦਾਰ ਹਜ਼ੂਰ ਸਿੰਘ ਜੀ ਨੇ ਡਾਕਟਰ ਨੂੰ ਕਿਹਾ, ਡਾਕਟਰ ਸਾਹਿਬ, ਟੀਕਾ ਜ਼ਰਾ ਧਿਆਨ ਨਾਲ ਲਗਾਉਣਾ। ਇਹਨਾਂ ਨੇ ਸਾਰੀ ਉਮਰ ਟੀਕਾ ਨਹੀਂ ਲਗਵਾਇਆ। ਡਾਕਟਰ ਨੂੰ ਗੱਲ ਸਮਝ ਆ ਗਈ। ਉਸਨੇ ਟੀਕਾ ਹੀ ਨਹੀਂ ਲਗਾਇਆ, ਸਿਰਫ ਗੋਲੀ ਘੋਲ ਕੇ ਸੂਬਾ ਜੀ ਦੇ ਮੂੰਹ ਵਿੱਚ ਪਾ ਦਿੱਤੀ। 5 ਮਿੰਟਾਂ ਪਿੱਛੋਂ ਪੁੱਛਿਆ, ਕੋਈ ਫਰਕ ਪਿਆ? ਅੱਗੋਂ ਨਹੀਂ ਵਿੱਚ ਉੱਤਰ ਮਿਲਿਆ। ਸਤਿਗੁਰੂ ਜੀ ਨੇ ਕੋਲ ਬੈਠੇ ਹਜ਼ੂਰ ਸਿੰਘ ਨੂੰ ਕਿਹਾ, ਹਜ਼ੂਰ ਸਿੰਘਾ, ਤੂੰ ਵੀ ਭਲਵਾਨੀ ਕਰਦਾ ਏ, ਤੂੰ ਹੀ ਕੁਝ ਕਰ। ਹਜ਼ੂਰ ਸਿੰਘ ਨੇ ਉੱਤਰ ਦਿੱਤਾ, ਸਤ ਬਚਨ ਸੱਚੇ ਪਾਤਸ਼ਾਹ, ਜੋ ਮੈਨੂੰ ਜਣਾਇਆ ਜੇ ਮੈਂ ਕਰਦਾ ਹਾਂ। ਹਜ਼ੂਰ ਸਿੰਘ ਨੇ ਆਪਣੀ ਭਾਬੀ ਸ਼੍ਰੀਮਤੀ ਕੇਸਰ ਕੌਰ ਨੂੰ ਆਵਾਜ਼ ਮਾਰੀ, ਭਾਬੀ ਜਲਦੀ ਗੜਵੀ ਲਿਆਓ। ਹਜ਼ੂਰ ਸਿੰਘ ਸੂਬਾ ਜੀ ਦੀ ਪਿੱਠ 'ਤੇ ਸੱਜੇ ਪਾਸੇ ਗੜਵੀ ਨੂੰ ਲਗਾ ਦਿੱਤਾ, ਜਿਵੇਂ ਪੁਰਾਣੇ ਜ਼ਮਾਨੇ ਵਿੱਚ ਕੁੱਜਾ ਲਗਾਉਂਦੇ ਸਨ। ਸੂਬਾ ਜੀ ਦੱਸਦੇ ਹਨ ਕਿ ਉਸ ਵੇਲੇ 2 ਭੈੜੀਆਂ ਸ਼ਕਲਾਂ ਬਲਾਵਾਂ ਵਰਗੀਆਂ, ਇੱਕ ਪਿਛਲੇ ਪਾਸੇ ਤੇ ਇੱਕ ਅਗਲੇ ਪਾਸੇ ਖਿੱਚਾ ਖਿੱਚੀ ਕਰ ਰਹੀਆਂ ਸਨ। ਕੁਝ ਚਿਰ ਦੀ ਖਿੱਚੋਤਾਨੀ ਪਿੱਛੋਂ ਪਿਛਲੇ ਪਾਸੇ ਵਾਲੀ ਖਿੱਚ ਕੇ ਲੈ ਗਈ। ਇਸ ਤੋਂ ਉਹਨਾਂ ਨੂੰ ਇੰਜ ਅਨੁਭਵ ਹੋਇਆ ਕਿ ਉਹਨਾਂ ਦਾ ਸਰੀਰ ਬਿਲਕੁਲ ਠੀਕ ਠਾਕ ਅਤੇ ਨਰੋਇਆ ਹੋ ਗਿਆ ਹੈ, ਜਿਵੇਂ ਦੁੱਖ ਕਦੇ ਨੇੜੇ ਹੀ ਨਾ ਆਇਆ ਹੋਵੇ। ਸਤਿਗੁਰੂ ਜੀ ਨੇ ਪੁੱਛਿਆ, ਸੂਬਾ ਜੀ ਹੁਣ ਕੁਝ ਆਰਾਮ ਹੈ? ਸੂਬਾ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਠਾਕ ਹੋ ਗਿਆ ਹਾਂ। ਸਤਿਗੁਰੂ ਜੀ ਰਾਤੀ ਸਰਦਾਰ ਭਗਵਾਨ ਸਿੰਘ ਜੀ ਦੇ ਘਰ ਜਾ ਬਰਾਜੇ ਤੇ ਸਵੇਰੇ 4 ਵਜੇ ਸੂਬਾ ਜੀ ਨੂੰ ਦਰਸ਼ਨ ਦਿੱਤੇ। ਆਪਣੀ ਵਿਸ਼ੇਸ਼ ਬਖਸ਼ਿਸ਼ ਕਰਕੇ ਜੀਵਨ ਦਾਨ ਦੇ ਕੇ ਦਰਸ਼ਨਾਂ ਦੀ ਦਾਤ ਬਖਸ਼ ਕੇ ਸਤਿਗੁਰੂ ਜੀ ਹਿਸਾਰ ਵੱਲ ਨੂੰ ਚਲੇ ਗਏ। ਇਹ ਗੱਲ 1961 ਈਸਵੀ ਦੀ ਹੈ। ਸਾਧੂ ਜਗਜੀਤ ਸਿੰਘ ਜੀ ਦੀ ਕਿਰਪਾ ਸਦਕਾ ਸੂਬਾ ਜੀ ਬਿਲਕੁਲ ਤੰਦਰੁਸਤ ਹੋ ਗਏ ਤੇ ਸਾਧ ਸੰਗਤ ਦੀ ਸੇਵਾ ਵਿੱਚ ਜੁਟ ਗਏ। ਕਿਧਰੇ ਵਿਆਹ ਆਨੰਦ ਕਾਰਜ ਕਰਾਉਣ, ਕਿਧਰੇ ਟੁੱਟਦੇ ਹੋਏ ਰਿਸ਼ਤੇ ਨੂੰ ਜੋੜ ਕੇ ਫੈਸਲੇ ਕਰਾ ਦੇਣ। ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪੈਦਲ ਧਰਮਸ਼ਾਲਾ ਰਮੇਸ਼ ਨਗਰ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਜਾਣਾ। ਕਿਧਰੇ ਭਜਨ ਦੇ ਕੇ ਨਾਮਧਾਰੀ ਸਿੰਘ ਸਜਾਣਾ। ਨਾਮ ਸਿਮਰਨ ਭਜਨ ਬਾਣੀ ਨਿਤਨੇਮ ਆਦਿ ਚੜ੍ਹਦੀਆਂ ਕਲਾਂ ਵਿੱਚ ਹੋਣ ਲੱਗਾ। ਸੰਨ 1982 ਵਿੱਚ ਸੂਬਾ ਜੀ ਫਿਰ ਸਖਤ ਬਿਮਾਰ ਹੋ ਗਏ। 4 ਮਹੀਨੇ ਮੰਜੇ 'ਤੇ ਪੈਣਾ ਪਿਆ। ਫਿਰ ਕਦੇ ਹਾਏ ਜਾਂ ਸੀ ਨਹੀਂ ਕੀਤੀ। ਕਈ ਇਲਾਜ ਕੀਤੇ ਪਰ ਗੁਰਦੇ ਦੀ ਦਰਦ ਤੇ ਪਿਸ਼ਾਬ ਰੁਕ ਕੇ ਆਉਣ ਨੂੰ ਆਰਾਮ ਨਾ ਆਇਆ। ਆਸਾ ਦੀ ਵਾਰ ਵਿੱਚ ਜਾਣ ਦੀ ਸਮਰੱਥਾ ਨਹੀਂ ਸੀ। ਆਸਾ ਦੀ ਵਾਰ ਵਿੱਚ ਜਾਣ ਦੀ ਸਮਰੱਥਾ ਨਹੀਂ ਸੀ। ਆਪਣੀ ਛੋਟੀ ਲੜਕੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਆ ਕੇ ਦਰਸ਼ਨ ਦੇ ਜਾਣ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ। ਆਸਾ ਦੀ ਵਾਰ ਦਾ ਭੋਗ ਪਾ ਕੇ ਨਾਮਧਾਰੀ
ਧਰਮਸ਼ਾਲਾ ਰਮੇਸ਼ ਨਗਰ ਤੋਂ ਆ ਕੇ ਸੱਚੇ ਪਾਤਸ਼ਾਹ ਜੀ ਨੇ ਆ ਕੇ ਸੂਬਾ ਜੀ ਨੂੰ ਦਰਸ਼ਨ ਦਿੱਤੇ। ਸ਼੍ਰੀ ਐਚ.ਐਸ. ਹੰਸਪਾਲ ਜੀ ਤੇ ਸੇਠ ਤਰਲੋਕ ਸਿੰਘ ਜੀ ਤੇ ਹੋਰ ਸਾਧ ਸੰਗਤ ਵੀ ਸੱਚੇ ਪਾਤਸ਼ਾਹ ਜੀ ਨਾਲ ਸੂਬਾ ਜੀ ਦਾ ਪਤਾ ਲੈਣ ਆਏ। ਸੂਬਾ ਜੀ ਨੂੰ ਇੰਨੀ ਜ਼ਿਆਦਾ ਤਕਲੀਫ ਸੀ ਕਿ ਉੱਠ ਕੇ ਬੈਠ ਵੀ ਨਹੀਂ ਸਨ ਸਕਦੇ। ਆਪਣੇ ਛੋਟੇ ਦਾਮਾਦ ਸਰਦਾਰ ਸੰਤ ਜੀ ਨੂੰ ਕਿਹਾ, ਜਦੋਂ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ ਲਈ ਆਉਣਗੇ ਤਾਂ ਮੈਨੂੰ ਆਸਰਾ ਦੇ ਕੇ ਜ਼ਰੂਰ ਉਠਾ ਦੇਣਾ, ਤਾਂ ਕਿ ਮੈਂ ਚੰਗੀ ਤਰ੍ਹਾਂ ਚਰਨਾਂ ਦਾ ਸਪਰਸ਼ ਕਰ ਸਕਾਂ। ਸੂਬਾ ਜੀ ਦੀ ਸੁਪਤਨੀ ਕੇਸਰ ਕੌਰ ਜੀ ਨੇ ਵੀ ਦੌੜ ਕੇ ਅੰਦਰੋਂ ਪ੍ਰਸ਼ਾਦ ਲਿਆ, ਮੱਥਾ ਟੇਕਿਆ। ਸੂਬਾ ਜੀ ਨੂੰ ਸੰਤ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਸਪਰਸ਼ ਕਰਨ ਲਈ ਉਠਾ ਕੇ ਝੁਕਾਇਆ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਸੂਬਾ ਜੀ ਤੁਸੀਂ ਉੱਠਣ ਦੀ ਬਿਲਕੁਲ ਕੋਸ਼ਿਸ਼ ਨਾ ਕਰੋ। ਆਪਣੇ ਚਰਨ ਉਹਨਾਂ ਦੇ ਸਾਹਮਣੇ ਮੰਜੇ 'ਤੇ ਰੱਖਦਿਆਂ ਫਰਮਾਇਆ, ਲਓ ਮੱਥਾ ਟੇਕ ਲਓ। ਅਸੀਸ ਪਿਆਰ ਦਾ ਇਹ ਦ੍ਰਿਸ਼ ਵੇਖਣ ਵਾਲਾ ਸੀ, ਅਸੀਮ ਪਿਆਰ ਦਾ ਇਹ ਦ੍ਰਿਸ਼ ਦੇਖਣ ਵਾਲਾ ਸੀ। ਸਰਦਾਰ ਸੰਤ ਸਿੰਘ ਜੀ ਕੋਲ ਬੈਠ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਇਹਨਾਂ ਦਾ ਆਪਰੇਸ਼ਨ ਕੀਤਾ ਜਾਵੇ। ਸਤਿਗੁਰੂ ਜੀ ਨੇ ਬਚਨ ਕੀਤਾ, ਨਹੀਂ, ਆਪਰੇਸ਼ਨ ਬਿਲਕੁਲ ਨਹੀਂ ਕਰਨਾ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇ ਕੇ ਜਾਣ ਦੀ ਦੇਰ ਸੀ ਕਿ ਪ੍ਰਤੱਖ ਕਰਾਮਾਤ ਸਾਹਮਣੇ ਆ ਗਈ। ਸੂਬਾ ਜੀ ਤੇ ਬਿਲਕੁਲ ਸਵਸਥ ਹੋ ਗਏ। ਗੁਰਦਿਆਂ ਦੀਆਂ 4-4 ਪੱਥਰੀਆਂ ਪਤਾ ਨਹੀਂ ਕਿੱਧਰ ਗਾਇਬ ਹੋ ਗਈਆਂ। ਸੂਬਾ ਜੀ ਨੂੰ ਬਚਪਨ ਵਾਲਾ ਸਾਖੀਆਂ ਪੜ੍ਹਨ ਦਾ ਸ਼ੌਕ ਨਿਰੰਤਰ ਬਣਿਆ ਰਿਹਾ। ਗੁਰੂ ਸਾਹਿਬਾਂ ਦੀਆਂ ਜੀਵਨੀਆਂ ਬਾਰ-ਬਾਰ ਪੜ੍ਹਨ ਵਿੱਚ ਉਹਨਾਂ ਨੂੰ ਆਨੰਦ ਆਉਂਦਾ। ਥੋੜ੍ਹੇ ਦਿਨਾਂ ਪਿੱਛੋਂ ਇਹਨਾਂ ਨੂੰ ਹਲਕਾ ਬੁਖਾਰ ਫੇਰ ਹੋਣ ਲੱਗ ਪਿਆ। ਸੂਬਾ ਜੀ ਦੀ ਸਭ ਤੋਂ ਛੋਟੀ ਲੜਕੀ ਬੇਅੰਤ ਕੌਰ ਤੇ ਉਸ ਦਾ ਪਤੀ ਸਰਦਾਰ ਸੰਤ ਸਿੰਘ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਸੰਨ 1982 ਵਿੱਚ ਕੁੱਲੂ ਮਨਾਲੀ ਦਾ ਪ੍ਰੋਗਰਾਮ ਬਣਾ ਰਹੇ ਸਨ, ਪਰ ਕੁੱਲੂ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਸੂਬਾ ਜੀ ਨੇ ਸੰਤ ਸਿੰਘ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਕਿ ਸਰੀਰ ਫਿਰ ਢਿੱਲਾ ਹੋ ਗਿਆ ਹੈ, ਹਲਕਾ ਫੁਲਕਾ ਬੁਖਾਰ ਵੀ ਰੋਜ਼ ਤੰਗ ਕਰਦਾ ਹੈ। ਉਹਨਾਂ ਨੂੰ ਯਾਦ ਕਰਵਾਉਣਾ ਕਿ ਸਤਿਗੁਰੂ ਬਾਲਕ ਸਿੰਘ ਜੀ ਵੇਲੇ ਜਿਵੇਂ ਸੰਤ ਅਮਰ ਸਿੰਘ ਜੀ ਨੂੰ ਖੰਡ ਦੀ ਚੁਟਕੀ ਦੇ ਕੇ ਬੁਖਾਰ ਲਾ ਦਿੱਤਾ ਸੀ, ਉਸੇ ਤਰ੍ਹਾਂ ਮੇਰੇ 'ਤੇ ਵੀ ਕਿਰਪਾ ਕਰਨ। ਸੰਤ ਸਿੰਘ ਜੀ ਨੇ ਸ਼੍ਰੀ ਭੈਣੀ ਸਾਹਿਬ ਜਾ ਕੇ ਉਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੂਬਾ ਜੀ ਦੇ ਸ਼ਬਦਾਂ ਵਿੱਚ ਬੇਨਤੀ ਦੁਹਰਾ ਦਿੱਤੀ। ਸਤਿਗੁਰੂ ਜੀ ਨੇ ਬਚਨ ਕੀਤਾ, ਸੂਬਾ ਜੀ ਨੂੰ 2 ਗੋਲੀਆਂ ਸਵੇਰੇ, 2 ਦੁਪਹਿਰੇ ਤੇ 2 ਸ਼ਾਮ ਨੂੰ ਦਿੰਦੇ ਰਹੋ, ਬੁਖਾਰ ਉਤਰ ਜਾਵੇਗਾ। ਕਾਲੀਆਂ ਗੋਲੀਆਂ ਸੂਬਾ ਜੀ ਪਹਿਲਾਂ ਤੋਂ ਹੀ ਖਾ ਰਹੇ ਸਨ, ਲਾਭ ਨਹੀਂ ਸੀ ਹੋ ਰਿਹਾ। ਠੀਕ ਬੀਬੀ ਈਸ਼ਰ ਕੌਰ ਦੇ ਗੋਡਿਆਂ ਦੀ ਪੀੜ ਨਿਵਾਰਨ ਲਈ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇੰਝ ਹੀ ਬਚਨ ਕੀਤਾ ਸੀ। ਜਦੋਂ ਬੀਬੀ ਨੇ ਫਰਮਾਇਆ ਸੀ, ਮੈਂ ਤਾਂ ਪਹਿਲਾਂ ਹੀ ਗੋਲੀਆਂ ਖਾ ਰਹੀ ਹਾਂ, ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸੀ, ਇਹ ਗੋਲੀਆਂ ਦੇਣ ਵਾਲੇ ਹੱਥ ਹੋਰ ਹਨ ਤੇ ਉਹ ਹੋਰ। ਸੂਬਾ ਜੀ ਦਾ ਲੜਕਾ ਸਰਦਾਰ ਗੁਰਮੁਖ ਸਿੰਘ ਚੰਡੀਗੜ੍ਹ ਆਇਆ ਹੋਇਆ ਸੀ। ਸਤਿਗੁਰੂ ਜੀ ਦਾ ਸੁਨੇਹਾ ਉਸ ਨੂੰ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਦੇ ਦਿੱਤਾ ਗਿਆ। ਉਸਨੇ ਦਿੱਲੀ ਪਹੁੰਚ ਕੇ ਸੂਬਾ ਜੀ ਨੂੰ ਉਹੀ 2 ਕਾਲੀਆਂ ਗੋਲੀਆਂ ਸਵੇਰੇ ਤੇ 2 ਸ਼ਾਮੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਦੇ ਦਿੱਤੀਆਂ। ਬੁਖਾਰ ਦਾ ਪਤਾ ਹੀ ਨਹੀਂ ਲੱਗਾ ਕਿੱਧਰ ਭੱਜ ਗਿਆ, ਸਰੀਰ ਤੰਦਰੁਸਤ ਹੋ ਗਿਆ। ਸੂਬਾ ਜੀ ਦੀ ਉਮਰ 94 ਸਾਲ ਤੋਂ ਉੱਪਰ ਹੋ ਗਈ ਸੀ। ਸਿਹਤ ਦਿਨੋਂ ਦਿਨ ਢਿੱਲੀ ਰਹਿਣ ਲੱਗ ਪਈ। ਪੱਥਰੀ ਵਾਲੀ ਤਕਲੀਫ ਫਿਰ ਜਾਗਰਤ ਹੋ ਉੱਠੀ। ਸਰੀਰ ਨੂੰ ਕਸ਼ਟ ਪੀੜਾ ਸਤਾਉਣ ਲੱਗ ਗਈਆਂ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ੋਈਆਂ ਹੁੰਦੀਆਂ। ਕਦੇ ਸਤਿਗੁਰੂ ਜੀ ਆ ਕੇ ਆਪ ਜੀ ਨੂੰ ਦਰਸ਼ਨ ਦਿੰਦੇ ਤੇ ਕਦੇ ਆਪ ਕਾਰ ਦੀ ਪਿਛਲੀ ਸੀਟ 'ਤੇ ਲੇਟ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ। ਦਰਸ਼ਨਾਂ ਦੀ ਤਾਂਘ ਤਾਂ ਹਮੇਸ਼ਾ ਹੀ ਬਣੀ ਰਹਿੰਦੀ। ਸਾਰੇ ਪਰਿਵਾਰ ਨੇ ਯਥਾਯੋਗ ਸੇਵਾ ਕੀਤੀ, ਪਰ ਸਰਦਾਰ ਸਰਮੁਖ ਸਿੰਘ ਸਪੁੱਤਰ ਸਰਦਾਰ ਸਰਮੁਖ ਸਿੰਘ ਜੀ ਆਪ ਜੀ ਦੇ ਪੋਤਰੇ ਨੇ ਤਾਂ ਕਮਾਲ ਹੀ ਕਰ ਵਿਖਾਈ। ਆਪਣਾ ਕਾਰੋਬਾਰ ਇੱਕਦਮ ਬੰਦ ਕਰ ਦਿੱਤਾ ਤੇ ਦਿਨ ਰਾਤ ਸੇਵਾ ਵਿੱਚ ਜੁਟ ਗਿਆ। ਵੇਲੇ ਸਿਰ ਦਵਾਈ ਦੇਣੀ, ਖਾਣ ਪੀਣ ਦਾ ਧਿਆਨ ਰੱਖਣਾ ਤੇ ਦਿਲ ਲਗਾਉਣ ਲਈ ਪਾਠ ਕਰਕੇ ਸੁਣਾਉਣਾ। ਸਰੀਰ ਭਾਵੇਂ ਕਿੰਨਾ ਢਿੱਲਾ ਹੋਵੇ, ਪਾਠ ਸੁਣ ਕੇ ਸਾਗੂ ਪ੍ਰਤਾਪ ਸਿੰਘ ਜੀ, ਸੰਤ ਕੇਸਰ ਸਿੰਘ ਜੀ ਚਵਿੰਡਾ, ਸਾਗੂ ਜਗਜੀਤ ਸਿੰਘ ਜੀ ਦੇ ਬਚਨ ਕਰਕੇ ਜਾਂ ਸੁਣ ਕੇ 9/9 ਹੋ ਜਾਣਾ, ਜਿਵੇਂ ਸਰੀਰ ਕਦੇ ਢਿੱਲਾ ਹੀ ਨਾ ਹੋਇਆ ਹੋਵੇ। ਨਾਮ ਸਿਮਰਨ ਵੀ ਮੰਜੇ 'ਤੇ ਲੇਟੇ ਕਰਦੇ ਰਹਿਣਾ।
ਅਖੀਰਲੇ ਦਿਨਾਂ ਵਿੱਚ ਜਦੋਂ ਸਰੀਰ ਜ਼ਿਆਦਾ ਹੀ ਕਮਜ਼ੋਰ ਹੋ ਗਿਆ ਤਾਂ ਕਹਿਣਾ ਕੋਈ ਮੇਰਾ ਮਲ ਮੂਤਰ ਸੁੱਟੇ, ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਹਿੰਮਤ ਕਰਨੀ ਤੇ ਕਹਿਣਾ ਮੈਨੂੰ ਉਠਾ ਕੇ ਗੁਸਲਖਾਨੇ ਲੈ ਚਲੋ। 18 ਜੂਨ 1890 ਨੂੰ ਤਬੀਅਤ ਜ਼ਿਆਦਾ ਹੀ ਖਰਾਬ ਹੋ ਗਈ। ਡਾਕਟਰਾਂ ਨੇ ਨੱਕ ਰਾਹੀਂ ਗਲੇ ਵਿੱਚ ਨਾਲੀ ਪਾ ਦਿੱਤੀ ਤਾਂ ਕਿ ਖੁਰਾਕ ਠੀਕ ਤਰ੍ਹਾਂ ਦਿੱਤੀ ਜਾ ਸਕੇ। ਹੁਣ ਬੋਲਣਾ ਬਹੁਤ ਹੀ ਮੁਸ਼ਕਿਲ ਹੋ ਗਿਆ, ਪਰ ਸੂਬਾ ਜੀ ਨੇ ਆਪਣੇ ਪਿਆਰੇ ਸਤਿਗੁਰੂ ਜੀ ਨੂੰ ਵਿਸਾਰਿਆ ਨਹੀਂ। ਹਰਵਿੰਦਰ ਸਿੰਘ ਹੰਸਪਾਲ ਜੀ ਜਦੋਂ ਪਤਾ ਲੈਣ ਗਏ ਤੇ ਸੂਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਦੋਂ ਵੀ ਤੁਸੀਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੋ, ਮੇਰੇ ਵੱਲੋਂ ਇਹ ਬੇਨਤੀ ਜ਼ਰੂਰ ਕਰਨੀ ਕਿ ਉਹ ਮੈਨੂੰ ਆਪਣਾ ਹੀ ਬਣਾਈ ਰੱਖਣ। ਸੂਬਾ ਜੀ ਨੇ ਸਤਿਗੁਰੂ ਜੀ ਦੀ ਫੋਟੋ ਨੂੰ ਆਪਣੇ ਬਿਸਤਰੇ ਦੇ ਇੱਕ ਪਾਸੇ ਰੱਖਿਆ ਹੋਇਆ ਸੀ। ਦਿਨ ਵਿੱਚ ਕਈ ਵਾਰੀ ਉਹਨਾਂ ਆਪਣੀ ਪੱਗ ਲੈ ਕੇ ਉਸ ਫੋਟੋ ਨੂੰ ਸਾਫ਼ ਕਰਕੇ ਨਮਸਕਾਰ ਕਰਨੀ। 20 ਜੂਨ ਨੂੰ ਦਿਨੇ 10 ਕੁ ਵਜੇ ਦੇ ਕਰੀਬ ਮਹਾਰਾਜ ਵੀਰ ਸਿੰਘ ਜੀ ਸੂਬਾ ਜੀ ਦਾ ਪਤਾ ਲੈਣ ਆਏ। ਕੋਲ ਬੈਠੇ ਹੋਏ ਘਰ ਦੇ ਪਰਿਵਾਰ ਨੇ ਸੂਬਾ ਜੀ ਨੂੰ ਇਸ਼ਾਰਾ ਕੀਤਾ ਕਿ ਉਹਨਾਂ ਦੇ ਸਿਰ 'ਤੇ ਕੱਪੜਾ ਦੇਣ। ਸਿਰ 'ਤੇ ਕੱਪੜਾ ਲੈ ਕੇ ਤੇ ਪਾਸਾ ਪਰਤ ਕੇ ਸੂਬਾ ਜੀ ਨੇ ਆਪਣੇ ਦੋਵੇਂ ਹੱਥ ਮੰਜੇ ਤੋਂ ਹੇਠਾਂ ਲਮਕਾ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਕਮਜ਼ੋਰ ਹੋਣ ਕਰਕੇ ਉਹਨਾਂ ਲਈ ਇਹ ਕੰਮ ਕੁਝ ਔਖਾ ਹੀ ਸੀ। ਬੀਬੀ ਬੇਅੰਤ ਕੌਰ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੂਬਾ ਜੀ ਤੋਂ ਚਰਨਾਂ 'ਤੇ ਮੱਥਾ ਟਿਕਾਣ। ਬੇਨਤੀ ਪ੍ਰਵਾਨ ਹੋਈ। ਦੁਪਹਿਰ ਦੇ 2 ਕੁ ਵਜੇ ਦਾ ਸਮਾਂ ਸੀ। ਬੀਬੀ ਬੇਅੰਤ ਕੌਰ ਜੀ ਕੋਲੋਂ ਉਹਨਾਂ ਦਾ ਕਸ਼ਟ ਵੇਖਿਆ ਨਹੀਂ ਸੀ ਜਾ ਰਿਹਾ। ਮਨ ਉਧੇੜ-ਬੁਣ ਕਰ ਰਿਹਾ ਸੀ ਕਿ ਐਡੀ ਵੱਡੀ ਭਜਨ ਬੰਦਗੀ ਕਰਨ ਵਾਲੀ ਸ਼ਖਸੀਅਤ ਨੂੰ ਇੰਨਾ ਕਸ਼ਟ ਕਿਉਂ ਹੋ ਰਿਹਾ ਹੈ। ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਕੋਲੋਂ ਭਜਨ ਪੁੱਛਿਆ ਹੋਵੇ ਤੇ ਫਿਰ ਦੇਹ ਨੂੰ ਕਸ਼ਟ ਤਸੀਹੇ ਪੀੜਾ ਕਿਵੇਂ? ਸਤਿਗੁਰੂ ਜੀ ਨੇ ਇਸ ਦੇਹ ਨੂੰ ਛੋਹ ਕੇ ਵਿਸ਼ੇਸ਼ ਕਿਰਪਾ ਕੀਤੀ ਹੋਈ ਹੈ। ਗਲ ਵਿੱਚ ਨਲੀ ਪਈ ਹੋਣ ਕਰਕੇ ਸੂਬਾ ਜੀ ਬੋਲਣ ਤੋਂ ਅਸਮਰਥ ਸਨ। ਸਰਮੁਖ ਸਿੰਘ ਨੇ ਪੁੱਛਿਆ, ਸੂਬਾ ਜੀ ਮੈਨੂੰ ਪਛਾਣਦੇ ਹੋ? ਸਿਰ ਹਿਲਾ ਕੇ ਸੂਬਾ ਜੀ ਨੇ ਹਾਂ ਵਿੱਚ ਉੱਤਰ ਦਿੱਤਾ। ਉਹਨਾਂ ਨੇ ਫਿਰ ਸੂਬਾ ਜੀ ਦੇ ਮੋਢਿਆਂ 'ਤੇ ਹੱਥ ਫੇਰਦਿਆਂ ਆਖਿਆ, ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਤੋਂ ਭਜਨ ਪੁੱਛਿਆ ਹੋਵੇ, ਸਤਿਗੁਰ ਪ੍ਰਤਾਪ ਸਿੰਘ ਜੀ ਦਾ ਅਥਾਹ ਪਿਆਰ ਪ੍ਰਾਪਤ ਕੀਤਾ ਹੋਵੇ, ਸਤਿਗੁਰੂ ਜਗਜੀਤ ਸਿੰਘ ਜੀ ਦੀ ਵਿਸ਼ੇਸ਼ ਬਖਸ਼ਿਸ਼ ਪਾਈ ਹੋਵੇ, ਫਿਰ ਭਲਾ ਤੁਹਾਡੀ ਦੇਹ ਨੂੰ ਕਸ਼ਟ ਕਿਵੇਂ ਆ ਸਕਦਾ ਹੈ? ਤੁਹਾਡਾ ਸਰੀਰ ਬਿਲਕੁਲ ਅਰੋਗ ਹੈ, ਤੁਹਾਨੂੰ ਕੋਈ ਕਸ਼ਟ ਨਹੀਂ। ਸੂਬਾ ਜੀ ਬੀਬੀ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਬੀਬੀ ਨੇ ਫਿਰ ਆਖਿਆ, ਤੁਸੀਂ ਮੈਨੂੰ ਸੰਤ ਕੇਸਰ ਸਿੰਘ ਚਵੰਡਾ, ਸਤਿਗੁਰੂ ਪ੍ਰਤਾਪ ਸਿੰਘ ਜੀ, ਸਤਿਗੁਰੂ ਜਗਜੀਤ ਸਿੰਘ ਜੀ ਦੇ ਬਚਨ ਇੱਕ ਵਾਰੀ ਨਹੀਂ 100 ਵਾਰੀ ਸੁਣਾਏ ਹਨ। ਹੁਣ ਮੇਰੀ ਵਾਰੀ ਹੈ, ਮੈਂ ਤੁਹਾਨੂੰ ਉਹਨਾਂ ਦੇ ਬਚਨ ਤੁਹਾਡੇ ਲਫ਼ਜ਼ਾਂ ਵਿੱਚ ਸੁਣਾ ਰਹੀ ਹਾਂ। ਸੁਣੋਗੇ ਸੰਤ ਕੇਸਰ ਸਿੰਘ ਜੀ ਚਵਿੰਡੀ ਵਾਲਿਆਂ ਦੇ ਬਚਨ? ਉੱਤਰ ਵਿੱਚ ਸੂਬਾ ਜੀ ਨੇ ਆਪਣੀ ਗਰਦਨ ਹਾਂ ਵਿੱਚ ਅੱਗੇ ਵੱਲ ਕੀਤੀ। ਸੂਬਾ ਜੀ ਦੀ ਬਿਰਤੀ ਸੰਤਾਂ ਦੇ ਸਤਿਗੁਰ ਜੀ ਦੇ ਚਰਨਾਂ ਵਿੱਚ ਜੁੜ ਗਈ। ਸਿਰਫ ਇੱਕ ਸਵਾਸ ਲੰਬਾ ਜਿਹਾ ਆਇਆ ਤੇ ਆਤਮਾ 5 ਭੌਤਿਕ ਸਰੀਰ ਨੂੰ ਅਲਵਿਦਾ ਕਹਿ ਗਈ। ਇੱਕ ਪਲ ਵਿੱਚ ਇਹ ਸਰੀਰਕ ਓਲਾ ਕਿੰਨਾ ਸਹਿਜ, ਕਿੰਨਾ ਆਸਾਨ। ਉਹ ਮੌਤ ਜਿਸ ਦੀ ਭਿਅੰਕਰਤਾ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ, ਇੱਥੇ ਤਾਂ ਉਸਦਾ ਕੋਈ ਆਸਾਰ ਹੀ ਨਹੀਂ ਸੀ। 7 ਹਾੜ 2046 ਬਿਕਰਮੀ ਦਿਨ ਮੰਗਲਵਾਰ ਨੂੰ ਆਪਣੇ ਨਿਵਾਸ ਸਥਾਨੇ 30 ਵਿੱਚ ਸੂਬਾ ਜੀ ਦੇ ਪ੍ਰਾਣ ਪੰਖੇਰੂ ਅਡੋਲ ਹੀ ਉੱਡ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ। ਸਾਰੇ ਹੀ ਆਖ ਲਈਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਿੱਖ।